ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪੰ ਤ ਹਰਿਯੰ ਮਤ ਤਤ ਗਿਆਨੰ ਬਖਸ਼ੀਦਿਆ ਬੁੱਧਾ ਕੁਸਲ ਥਾਨੰ। ਪਹਿਲੀ ਪੰਕਤੀ ਆਪ ਜੀ ਨੇ ਸਰਵਣ ਕੀਤੀ ਹੈ। ਪਾਠ ਹੈ ਕਿਰਪੰ। ਪੋਥੀਆਂ ਦੇ ਅੰਦਰ ਅਤੇ ਸਰੂਪਾਂ ਦੇ ਅੰਦਰ ਕਈ ਵਾਰ ਇਹ ਪਾਠ ਸਾਧ ਸੰਗਤ ਜੀ ਇਕੱਠਾ ਆਇਆ ਹੈ ਕਿਰਪੰਤ, ਪਰ ਬੋਲਣ ਲੱਗਿਆਂ ਤੱਤਾ ਵੱਖਰਾ ਕਰਨਾ ਹੈ। ਕਿਰਪੰ ਤ ਹਰਿਯੰ, ਇਸ ਤਰ੍ਹਾਂ ਦੇ ਨਾਲ ਇਹ ਸਹੀ ਉਚਾਰਨ ਹੈ। ਹਰਿਯੰ ਪਾਠ ਦੇ ਉੱਤੇ ਵਿਸਰਾਮ ਹੈ। ਮਤ ਤਤ ਜਿਹੜਾ ਪਾਠ ਹੈ ਕੱਸ ਕੇ ਬੋਲਣਾ ਹੈ। ਇਸੇ ਤਰ੍ਹਾਂ ਅਗਲੀ ਪੰਕਤੀ ਹੈ ਬਖਸ਼ੀਦਿਆ ਬੁੱਧਾ ਕੁਸਲ ਥਾਨੰ। ਬਖਸ਼ੀਦਿਆ ਬੁੱਧਾ, ਬੁੱਧਾ ਪਾਠ ਕੱਸ ਕੇ ਬੋਲਣਾ ਹੈ ਅਤੇ ਬੁੱਧਾ ਦੇ ਉੱਤੇ ਹੀ ਵਿਸਰਾਮ ਹੈ। ਬਖਸ਼ੀਦਿਆ ਪਾਠ ਨੂੰ ਸਭ ਕੁਝ ਉਸੇ ਤਰ੍ਹਾਂ ਹੀ ਹੈ, ਸਿਰਫ ਪੈਰ ਦੇ ਵਿੱਚ ਜੋ ਯਈਆ ਹੈ ਧੱਦੇ ਦੇ, ਇਹਨੇ ਐੜਾ ਬਣ ਜਾਣਾ ਹੈ। ਬਖਸ਼ੀਦਿਆ, ਇਹ ਆਪ ਜੀ ਨੇ ਨੋਟ ਕਰਨਾ ਹੈ। ਇਸੇ ਤਰ੍ਹਾਂ ਦੇ ਨਾਲ ਹੀ ਬਸਯੰਤ ਰਿਖਿਅੰ ਤਿਆਗ ਮਾਨੰ। ਬਸਯੰਤ ਜਿਹੜਾ ਪਾਠ ਹੈ ਬੱਬਾ ਸੱਸੇ ਸਿਹਾਰੀ, ਜੋ ਸੱਸੇ ਦੇ ਪੈਰ 'ਚ ਯਈਆ ਹੈ ਇਹਨੇ ਐੜਾ ਬਣਨਾ ਹੈ। ਬੱਬਾ ਸੱਸੇ ਸਿਹਾਰੀ ਐੜੇ ਟਿੱਪੀ ਤੱਤਾ, ਬਸਯੰਤ ਪਾਠ ਆਵੇਗਾ। ਅਤੇ ਰਿਖਿਅੰ ਪਾਠ ਜਿਹੜਾ ਹੈ ਪੋਲਾ ਬੋਲਣਾ ਹੈ ਅਤੇ ਰਿਖਿਅੰ ਦੇ ਉੱਤੇ ਹੀ ਵਿਸਰਾਮ ਲਾਉਣਾ ਹੈ। ਅਗਲੀ ਪੰਕਤੀ ਹੈ ਸੀਤਲੰਤ ਹਿਰਦਯੰ ਦ੍ਰਿੜ ਸੰਤ ਗਿਆਨੰ। ਇਸੇ ਤਰ੍ਹਾਂ ਹਿਰਦਯੰ ਪਾਠ ਜਿਹੜਾ ਹੈ ਪੋਲਾ ਬੋਲਣਾ ਹੈ। ਬੋਲਣ ਲੱਗਿਆਂ ਰਾਰੇ ਸਿਹਾਰੀ ਦੱਦੇ ਸਿਹਾਰੀ ਐੜੇ ਟਿੱਪੀ ਲਗਾ ਕੇ, ਇਹ ਸਿਰਫ ਸਮਝਣ ਵਾਸਤੇ ਦੱਸਿਆ ਹੈ ਵੀ ਸਹੀ ਉਚਾਰਨ ਇਸ ਤਰ੍ਹਾਂ ਨਿਕਲੇਗਾ ਮੂੰਹ ਦੇ ਵਿੱਚੋਂ। ਹਿਰਦਯੰ, ਇਸ ਤਰ੍ਹਾਂ ਦੇ ਨਾਲ ਪੋਲਾ ਜਿਹਾ ਉਚਾਰਨ ਕਰਨਾ ਹੈ। ਰਹੰਤ ਜਨਮੰ ਹਰ ਦਰਸ ਲੀਣਾ। ਇਸ ਤਰ੍ਹਾਂ ਦਰਸ ਪਾਠ ਜਿਹੜਾ ਹੈ ਸੱਸੇ ਦੇ ਪੈਰ ਵਿੱਚ ਬਿੰਦੀ ਨਹੀਂ ਲਗਾਉਣੀ, ਦਰਸ ਪਾਠ ਹੀ ਪੜ੍ਹਨਾ ਹੈ। ਬਾਜੰਤ ਨਾਨਕ ਸ਼ਬਦ ਬੀਣਾ। ਬੀਣਾ ਪਾਠ ਜਿਹੜਾ ਹੈ ਅਣਾਣੇ ਦੇ ਕੰਨਾਂ ਉੱਤੇ ਬਿੰਦੀ ਬੋਲਣੀ ਹੈ। ਬੀਣਾ ਪਾਠ ਦੇ ਕਰਨਾ, ਬੀਣਾ ਨੱਕ 'ਚ ਆਵਾਜ਼ ਆਉਣੀ ਚਾਹੀਦੀ ਹੈ। ਇਸੇ ਤਰ੍ਹਾਂ ਹੀ ਨਾਨਕ ਪਦ ਦੇ ਉੱਤੇ ਵਿਸਰਾਮ ਹੈ। ਕਹੰਤ ਬੇਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁਬਿਧ ਪ੍ਰਕਾਰਾ। ਇਸ ਤਰ੍ਹਾਂ ਆਪ ਜੀ ਨੇ ਪਾਠ ਸਰਵਣ ਕੀਤਾ ਹੈ। ਗੁਨੀਆਂ ਦੇ ਉੱਤੇ ਵਿਸਰਾਮ ਹੈ ਅਤੇ ਪ੍ਰਕਾਰਾ ਪਾਠ ਪੜ੍ਹਨਾ ਹੈ, ਕਿਉਂਕਿ ਪੈਰ ਦੇ ਵਿੱਚ ਰਾਰਾ ਹੈ। ਪੂਰਾ ਰਾਰਾ ਨਹੀਂ ਬੋਲਣਾ, ਜਲਦੀ ਨਾਲ ਬੋਲਣਾ ਹੈ ਪ੍ਰਕਾਰਾ। ਇਸ ਤਰ੍ਹਾਂ ਇਹ ਸਹੀ ਉਚਾਰਨ ਹੈ। ਅਤੇ ਬਾਲਾ ਪਾਠ ਜੋ ਹੈ ਥੋੜ੍ਹਾ ਜਿਹਾ ਇਸ਼ਾਰੇ ਮਾਤਰ ਕੱਸ ਕੇ ਬੋਲਣਾ ਹੈ, ਕਿਉਂਕਿ ਇਹਦਾ ਅਰਥ ਹੈ ਜਗਿਆਸੂ। ਜਗਿਆਸੂ ਸੁਣਦਾ ਹੈ। ਬਾਲਾ ਪਾਠ ਪੜ੍ਹਨਾ ਹੈ ਥੋੜ੍ਹਾ ਜਿਹਾ ਕੱਸ ਕੇ। ਦ੍ਰਿੜੰਤ ਸੁਵਿਦਿਆ ਹਰ ਹਰ ਕਿਰਪਾਲਾ। ਇਸੇ ਤਰ੍ਹਾਂ ਸੁਵਿਦਿਆ ਪਾਠ ਇਕੱਠਾ ਹੈ ਅਤੇ ਇੱਥੇ ਹੀ ਵਿਸਰਾਮ ਹੈ। ਅਤੇ ਕਿਰਪਾਲਾ ਪਾਠ ਜਿਹੜਾ ਹੈ ਇਹ ਵੀ ਜਲਦੀ ਨਾਲ ਬੋਲਣਾ ਹੈ, ਕਿਉਂਕਿ ਕੱਕੇ ਦੇ ਪੈਰ ਦੇ ਵਿੱਚ ਰਾਰਾ ਹੈ। ਨਾਮਦਾਨ ਜਾਚੰਤ ਨਾਨਕ ਦੈਨਹਾਰ ਗੁਰ ਗੋਪਾਲਾ। ਦਾਨ ਦੇ ਉੱਤੇ ਜਮਕ ਹੈ। ਜਾਚੰਤ ਨਾਨਕ, ਇੱਥੇ ਵਿਸਰਾਮ ਲਾਉਣਾ ਹੈ। ਅਤੇ ਗੁਰ ਗੋਪਾਲਾ, ਇਸ ਤਰ੍ਹਾਂ ਇਕੱਠਾ ਪਾਠ ਨਹੀਂ ਪੜ੍ਹਨਾ, ਵੱਖਰਾ ਵੱਖਰਾ ਪੜ੍ਹਨਾ ਹੈ। ਕਈ ਗੁਰ ਗੋ ਪਾ ਇੱਦਾਂ ਪੜ੍ਹ ਜਾਂਦੇ ਹਨ, ਗੁਰ ਗੋ, ਇਸ ਤਰ੍ਹਾਂ ਨਹੀਂ, ਗੁਰ ਵੱਖਰਾ ਬੋਲਣਾ ਹੈ, ਗੋਪਾਲਾ ਪਾਠ ਅਲੱਗ ਬੋਲਣਾ ਹੈ। ਨਹ ਚਿੰਤਾ ਮਾਤ ਪਿਤ ਭਰਾਤਹ ਨਹ ਚਿੰਤਾ ਕਛ ਲੋਕ ਕਹਿ। ਇਸੇ ਤਰ੍ਹਾਂ ਚਿੰਤਾ, ਨਹ ਚਿੰਤਾ ਜਿਹੜਾ ਹੈ ਇੱਥੇ ਰੁਕਣਾ ਥੋੜ੍ਹਾ ਜਿਹਾ।
ਮਾਤ ਪਿਤ ਭਰਾਤਾ ਹੈ। ਪਿਤ ਪਾਠ ਪੋਲਾ ਬੋਲਣਾ ਹੈ, ਕੱਸ ਕੇ ਨਹੀਂ ਬੋਲਣਾ। ਭਰਾਤਾ ਹੈ ਦੇ ਉੱਤੇ ਵਿਸਰਾਮ ਹੈ। ਨਹ ਚਿੰਤਾ ਜਮਕ ਲਗਾਉਣੀ ਹੈ। ਕਸ਼ ਲੋਕ ਕਹਿ, ਲੋਕ ਦਾ ਕੱਕਾ ਅਤੇ ਕਹਿ ਦਾ ਕੱਕਾ ਅਲੱਗ ਅਲੱਗ ਬੋਲਣਾ ਹੈ। ਕਈ ਲੋਕ ਕਹਿ ਪਾਠ ਪੜ੍ਹ ਜਾਂਦੇ ਹਨ। ਲੋਕ ਕਹਿ ਇਸ ਤਰ੍ਹਾਂ ਪਾਠ ਪੜ੍ਹਨਾ ਹੈ। ਨਹ ਚਿੰਤਾ ਬਨਤਾ ਸੁਤ ਮੀਤ ਹੈ। ਪ੍ਰਵਿਰਤ ਮਾਇਆ ਸੰਬੰਧਨ ਹੈ। ਨਹ ਚਿੰਤਾ ਦੇ ਉੱਤੇ ਜਮਕ, ਮੀਤ ਹੈ ਪਾਠ ਦੇ ਉੱਤੇ ਵਿਸਰਾਮ। ਇਸੇ ਤਰ੍ਹਾਂ ਪ੍ਰਵਿਰਤ ਪਾਠ ਜਿਹੜਾ ਹੈ ਇਹ ਵੀ ਪੈਰ 'ਚ ਰਾਰਾ ਹੈ, ਜਲਦੀ ਨਾਲ ਪੜ੍ਹਨਾ ਹੈ। ਪ੍ਰਵਿਰਤ ਮਾਇਆ ਸੰਬੰਧਨ ਹੈ, ਇਸ ਤਰ੍ਹਾਂ ਦੇ ਨਾਲ ਇਹ ਉਚਾਰਨ ਹੈ। ਸੋ ਅਗਲੀ ਪੰਕਤੀ ਹੈ। ਦਇਆਲ ਏਕ ਭਗਵਾਨ ਪੁਰਖ ਹੈ। ਨਾਨਕ ਸਰਬ ਜੀਅ ਪ੍ਰਤਪਾਲਕ ਹੈ। ਸੋ ਇਸ ਤਰ੍ਹਾਂ ਦੇ ਨਾਲ ਦਇਆਲ ਪਾਠ ਈੜੀ ਦੀ ਆਵਾਜ਼ ਆਉਣੀ ਚਾਹੀਦੀ ਹੈ। ਦਇਆਲ, ਦਿਆਲ ਪਾਠ ਪੜ੍ਹ ਜਾਂਦੇ ਹਨ ਕਈ। ਦਇਆਲ ਦੇ ਉੱਤੇ ਵਿਸਰਾਮ ਹੈ। ਦਇਆਲ ਪਾਠ ਦੇ ਉੱਤੇ ਜਮਕ ਲਗਾਉਣੀ ਹੈ। ਏਕ ਭਗਵਾਨ ਪੁਰਖ ਹੈ, ਇੱਥੇ ਵਿਸਰਾਮ ਹੈ। ਨਾਨਕ ਇੱਥੇ ਜਮਕ। ਸਰਬ ਜੀਅ ਪ੍ਰਤਪਾਲਕ ਹੈ। ਨਿਤਯ ਵਿਤੰ ਨਿਤਯ ਚਿਤੰ ਨਿਤਯ ਆਸਾ ਬਹੁ ਵਿਧ ਪ੍ਰਕਾਰੰ। ਇਸੇ ਤਰ੍ਹਾਂ ਦੇ ਨਾਲ ਨਿਤਯ ਪਾਠ ਜਿਹੜਾ ਹੈ ਤੱਤੇ ਦੇ ਪੈਰ ਦੇ ਵਿੱਚ ਜਈਆ ਹੈ। ਇਹਨੇ ਤੱਤੇ ਸਿਹਾਰੀ ਅਤੇ ਐੜਾ ਬਣਨਾ ਹੈ। ਐੜਾ ਨੰਨੇ ਸਿਹਾਰੀ, ਤੱਤੇ ਸਿਹਾਰੀ, ਐੜਾ ਮੁਕਤਾ ਅਨਿਤਯ। ਅਤੇ ਚਿਤੰਗ ਦੇ ਉੱਤੇ ਹੀ ਵਿਸਰਾਮ ਹੈ। ਨਿਤਯ ਆਸਾ ਪਾਠ ਜਿਹੜਾ ਹੈ ਪੋਲਾ ਬੋਲਣਾ ਹੈ। ਕਈ ਆਸਾ ਪੜ੍ਹ ਜਾਂਦੇ ਹਨ ਕੱਸ ਕੇ। ਇਸੇ ਤਰ੍ਹਾਂ ਦੇ ਨਾਲ ਪ੍ਰਕਾਰੰ ਪਾਠ ਪੜ੍ਹਨਾ ਹੈ ਜਲਦੀ ਦੇ ਨਾਲ, ਕਿਉਂਕਿ ਪੈਰ ਦੇ ਵਿੱਚ ਰਾਰਾ ਹੈ। ਸੋ ਅਗਲੀ ਪੰਕਤੀ ਹੈ। ਨਿਤਯ ਹੇਤੰ ਅਹੰ ਬੰਧੰ ਭਰਮ ਮਾਇਆ ਮਲਨੰ ਵਿਕਾਰੰ। ਹੁਣ ਆਪ ਜੀ ਨੇ ਇਸ ਪੰਕਤੀ ਦੇ ਵਿੱਚ ਵੀ ਧਿਆਨ ਰੱਖਣਾ ਹੈ। ਅਨਿਤਯ ਹੇਤੰ ਅਹੰ ਬੰਧੰ, ਇੱਥੇ ਵਿਸਰਾਮ ਹੈ। ਬੰਧੰ ਭਰਮ ਬੋਲ ਕੇ ਮਮਾ, ਮਾਇਆ ਦਾ ਅਲੱਗ ਬੋਲਣਾ ਹੈ। ਭਰਮ ਮਾਇਆ ਨਹੀਂ ਬੋਲਣਾ। ਭਰਮ ਮਾਇਆ ਮਲਨੰ ਵਿਕਾਰੰ। ਸੋ ਅਗਲੀ ਪੰਕਤੀ ਹੈ। ਫਿਰੰਤ ਜੋਨ ਅਨੇਕ ਜਠਰਾਗਨ ਨਹਿ ਸਿਮਰੰਤ ਮਲੀਨ ਬੁੱਧਿਅੰ। ਫਿਰੰਤ ਜੋਨ ਅਨੇਕ, ਇੱਥੇ ਜਮਕ। ਜਠਰਾਗਨ ਦੇ ਉੱਤੇ ਵਿਸਰਾਮ। ਨਹਿ ਸਿਮਰੰਤ ਮਲੀਨ ਬੁੱਧਿਅੰ। ਬੁੱਧਿਅੰ ਪਾਠ ਜਿਹੜਾ ਹੈ ਬੱਬਾ ਥੋੜ੍ਹਾ ਕੱਸ ਕੇ ਬੋਲਣਾ ਹੈ, ਉੱਤੇ ਅੱਧਕ ਵੀ ਲਗਾਉਣੀ ਹੈ। ਬੱਬੇ ਔਂਕੜ ਉੱਤੇ ਅੱਧਕ, ਧੱਦੇ ਸਿਹਾਰੀ, ਐੜੇ ਟਿੱਪੀ ਬੁੱਧਿਅੰ। ਪੋਲਾ ਨਹੀਂ ਬੋਲਣਾ, ਧਿਆਨ ਰੱਖਣਾ ਹੈ। ਹੇ ਗੋਬਿੰਦ ਕਰਤ ਮਇਆ ਨਾਨਕ ਪਤਿਤ ਉਦਾਹਰਣ ਸਾਧ ਸੰਗਮ ਹੈ। ਸੋ ਇਸ ਤਰ੍ਹਾਂ ਦੇ ਨਾਲ ਹੇ ਗੋਬਿੰਦ ਕਰਤ ਮਇਆ, ਇੱਥੇ ਵਿਸਰਾਮ ਹੈ। ਨਾਨਕ ਪਦ ਦੇ ਉੱਤੇ ਜਮਕ ਹੈ। ਪਤਿਤ ਉਦਾਹਰਣ, ਫਿਰ ਇੱਥੇ ਜਮਕ ਲਗਾਉਣੀ ਹੈ। ਸਾਧ ਸੰਗਮ ਹੈ। ਸੋ ਇਸ ਤਰ੍ਹਾਂ ਦੇ ਨਾਲ ਇਹ ਪਾਠ ਆਪ ਜੀ ਨੇ ਮਇਆ ਕਰਨਾ ਹੈ, ਮਾਇਆ ਨਹੀਂ ਪੜ੍ਹਨਾ। ਗਿਰੰਤ ਗਿਰ ਪਤਿਤ ਪਾਤਾਲੰ ਜਲੰਤ ਦੇ ਦੀਪਿਆ ਬੈ ਸਵਾਂਤਰ ਹੈ। ਹੁਣ ਇੱਥੇ ਆਪ ਜੀ ਨੇ ਧਿਆਨ ਰੱਖਣਾ ਹੈ। ਗਿਰੰਤ ਗਿਰ ਪਤਿਤ ਪਾਤਾਲੰ। ਪਾਤਾਲੰ ਪੱਪੇ ਕੰਨਾ, ਤੱਤੇ ਕੰਨਾ ਆਵਾਜ਼ ਆਉਣੀ ਚਾਹੀਦੀ ਹੈ। ਪਾਤਾਲੰ, ਇੱਥੇ ਵਿਸ਼ਰਾਮ ਹੈ। ਜਲੰਤ ਦੇ ਦੀਪਿਆ, ਪੈਰ ਦੇ ਵਿੱਚ ਪੱਪੇ ਦੇ ਜਈਆ ਹੈ। ਬੋਲਣ ਲੱਗਿਆਂ ਲਿਖਤੀ ਰੂਪ ਦੇ ਵਿੱਚ ਸਮਝਣ ਵਾਸਤੇ ਦੱਦੇ ਲਾਂ, ਦੱਦੇ ਬਿਹਾਰੀ, ਪੱਪੇ ਸਿਹਾਰੀ, ਐੜਾ। ਪੱਪੇ ਸਿਹਾਰੀ ਜਿਹੜੀ ਹੈ ਇਹ ਇਸ਼ਾਰੇ ਮਾਤਰ ਸੂਖਮ ਰੂਪ ਦੇ ਵਿੱਚ ਸਮਝਣ ਵਾਸਤੇ ਹੈ, ਵੈਸੇ ਲਗਾਈ ਨਹੀਂ ਹੈ। ਵੈਸੇ ਸਹੀ ਉਚਾਰਨ ਕਰਨ ਦੇ ਲਈ ਦੱਸਿਆ ਗਿਆ ਹੈ। ਦੇ ਦੀਪਿਆ ਪਾਠ ਬੋਲਣਾ ਹੈ। ਅਤੇ ਬੈ ਸਵਾਂਤਰ ਪਾਠ ਜਿਹੜਾ ਹੈ ਸੱਸੇ ਦੇ ਪੈਰ 'ਚ ਵਾਹਵਾ ਹੈ, ਛੋਟਾ। ਇਸੇ ਤਰ੍ਹਾਂ ਬੱਬੇ ਦਲਾਈਆਂ ਥੋੜ੍ਹੀਆਂ ਜਿਹੀਆਂ ਅਲੱਗ ਬੋਲ ਕੇ, ਸੱਸੇ ਔਂਕੜ ਜੋ ਪੈਰ 'ਚ ਵਾਹਵਾ ਹੈ
ਇਹਨੇ ਐੜੇ ਕੰਨਾ ਬਣ ਜਾਣਾ ਹੈ। ਬੈ ਸਵਾਂਤਰਾ ਹੈ। ਸੋ ਇਸ ਤਰ੍ਹਾਂ ਦੇ ਨਾਲ ਆਪ ਜੀ ਨੇ ਪਾਠ ਪੜ੍ਹਨਾ ਹੈ। ਬਹੰਤ ਅਗਾਹ ਟੋਯੰ ਤਰੰਗੰ ਦੁਖੰਤ ਗ੍ਰਹਿ ਚਿੰਤਾ ਜਨਮੰ ਤਾਂ ਮਰਨ ਹੈ। ਸੋ ਇਸ ਤਰ੍ਹਾਂ ਬਹੰਤ ਦੇ ਉੱਤੇ ਜਮਕ ਹੈ। ਅਗਾਹ ਇਸ ਤਰ੍ਹਾਂ ਬਾਠ ਬੋਲਣਾ ਹੈ। ਅਗਾਹ ਨਹੀਂ ਕਹਿਣਾ, ਹਾਹੇ ਨੂੰ ਕੰਨਾ ਲੱਗ ਜਾਵੇਗਾ। ਗੱਗੇ ਦੇ ਕੰਨੇ ਨੂੰ ਲੰਮਾ ਬੋਲਣਾ ਹੈ। ਅਗਾਹ ਤੋਯੰ ਤੱਤੇ ਹੋੜਾ ਬੋਲਣਾ ਹੈ। ਤੋਯੰ ਤੱਤੇ ਹੋੜਾ ਈੜੀ ਸਿਆਰੀ ਐੜੇ ਟਿੱਪੀ ਤੋਯੰ। ਪਿੱਛੇ ਸ਼ਬਦ ਜੋ ਆਪਾਂ ਪਿਛਲੀ ਵੀਡੀਓ ਵਿੱਚ ਪੜ੍ਹਿਆ ਸੀ ਉਹਦੇ ਵਿੱਚ ਤੱਤੇ ਔਂਕੜ ਸੀ, ਉਹਦੇ ਥੱਲੇ ਔਂਕੜ ਲਗਾਉਣੀ ਹੈ। ਇੱਥੇ ਹੋੜਾ ਹੈ ਅਤੇ ਹੋੜੇ ਦੀ ਆਵਾਜ਼ ਆਉਣੀ ਚਾਹੀਦੀ ਹੈ। ਤੋਯੰ ਤਰੰਗੰ ਇੱਥੇ ਵਿਸਰਾਮ ਹੈ। ਤਰੰਗੰ ਦੇ ਉੱਤੇ ਦੁਖੰਤ ਗ੍ਰਹਿ ਚਿੰਤਾ ਜਨਮੰ ਤਾਂ ਮਰਨ ਹੈ। ਸੋ ਇਸ ਤਰ੍ਹਾਂ ਦੇ ਨਾਲ ਇਹ ਪੰਕਤੀ ਹੈ। ਸੋ ਅਗਲਾ ਪਾਠ ਹੈ। ਅਨਕ ਸਾਧਨੰ ਨਾ ਸਿੱਧਯਤੇ ਨਾਨਕ ਅਸਥੰਭੰ 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 ਸ਼ਬਦ ਸਾਧ ਸਵੱਜਨ ਹੈ। ਹੁਣ ਇਸ ਪਾਠ ਦੇ ਅੰਦਰ ਦੋ ਵਿਸਰਾਮ ਲੱਗਣਗੇ। ਅਨਕ ਸਾਧਨੰ ਇੱਥੇ ਜਮਕ ਹੈ। ਨਾ ਸਿੱਧੇ ਅਤੇ ਨਾਨਕ ਇੱਥੇ ਵਿਸਰਾਮ ਹੈ। ਅਤੇ ਦੂਸਰਾ ਵਿਸਰਾਮ ਲੱਗੇਗਾ ਅਸਥੰਭੰ 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 ਇੱਥੇ ਲੱਗਣਾ ਹੈ। ਤੀਸਰੇ ਅਸਥੰਭੰ ਦੇ ਉੱਤੇ ਵਿਸਰਾਮ। ਅਤੇ ਅਗਲੀ ਪੰਕਤੀ ਬੋਲਣੀ ਹੈ ਸ਼ਬਦ ਸਾਧ ਸਵੱਜਨ ਹੈ। ਸਾਧ ਜਿਹੜਾ ਪਾਠ ਹੈ ਭਾਰਾ ਬੋਲਣਾ ਹੈ। ਧੱਦੇ ਦੀ ਆਵਾਜ਼ ਆਉਣੀ ਚਾਹੀਦੀ ਹੈ, ਦੱਦਾ ਨਹੀਂ ਬੋਲਣਾ। ਇਸੇ ਤਰ੍ਹਾਂ ਦੇ ਨਾਲ ਸਿੱਧੇ ਅਤੇ ਜਿਹੜਾ ਪਾਠ ਹੈ ਸੱਸੇ ਸਿਹਾਰੀ ਧੱਦੇ ਸਿਹਾਰੀ ਐੜਾ ਤੱਤੇ ਲਾਂ ਸਿੱਧੇ ਅਤੇ ਇਸ ਤਰ੍ਹਾਂ ਪੜ੍ਹਨਾ ਹੈ ਸਮਝਣ ਵਾਸਤੇ। ਅਤੇ ਸਵੱਜਨ ਹੈ ਪਾਠ ਜਿਹੜਾ ਹੈ ਸੱਸੇ ਔਂਕੜ ਐੜਾ ਜੱਜਾ ਨੰਨਾ ਹਾਹਾ ਜੋ ਪੈਰ 'ਚ ਵਾਹਵਾ ਹੈ ਸੱਸੇ ਦੇ ਨੇ ਐੜਾ ਬਣਨਾ ਹੈ। ਸਵੱਜਨ ਹੈ। ਇਸ ਤਰ੍ਹਾਂ ਇਹ ਸਮਝਣ ਵਾਸਤੇ ਦੱਸਿਆ ਜਾਂਦਾ ਹੈ ਵੀ ਸਹੀ ਉਚਾਰਨ ਕੱਢਣ ਦੇ ਲਈ ਇਸ ਤਰ੍ਹਾਂ ਬੋਲੋ। ਗੁਰਬਾਣੀ 'ਚ ਜੋ ਲਿਖਿਆ ਹੈ ਉਸੇ ਤਰ੍ਹਾਂ ਹੀ ਲਿਖਿਆ ਰਹਿਣ ਦੇਣਾ ਹੈ ਅਤੇ ਪੜ੍ਹਨਾ ਵੀ ਉਸੇ ਤਰ੍ਹਾਂ ਹੀ ਹੈ। ਸਿਰਫ ਜੋ ਬਾਅਦ ਵਿੱਚ ਦੱਸਿਆ ਜਾਂਦਾ ਲਿਖਤੀ ਰੂਪ ਦੇ ਵਿੱਚ ਇਹ ਸਹੀ ਉਚਾਰਨ ਕੱਢਣ ਵਾਸਤੇ ਦੱਸਿਆ ਜਾਂਦਾ ਹੈ। ਇਸੇ ਤਰ੍ਹਾਂ ਸਵੱਜਨ ਹੈ ਪਾਠ ਜਿਹੜਾ ਹੈ ਕੱਸ ਕੇ ਬੋਲਣਾ ਹੈ। ਸੋ ਅਗਲੀ ਪੰਕਤੀ ਹੈ ਘੋਰ ਦੁਖਯੰ ਅਨਕ ਹਤਯੰ ਜਨਮ ਦਾਰਿਦ੍ਰੰ ਮਹਾ ਵਿਖਿਆਦੰ। ਸੋ ਘੋਰ ਦੁਖਯੰ ਅਨਕ ਹਤਯੰ ਹਤਯੰ ਦੇ ਉੱਤੇ ਵਿਸਰਾਮ ਹੈ। ਜਨਮ ਦਾਰਿਦ੍ਰੰ ਮਹਾ ਵਿਖਿਆਦੰ। ਸੋ ਦੁਖਯੰ ਪਾਠ ਜਿਹੜਾ ਹੈ ਕੱਖੇ ਦੇ ਪੈਰ 'ਚ ਯਈਆ ਉੱਤੇ ਟਿੱਪੀ ਹੈ। ਸਮਝਣ ਵਾਸਤੇ ਸਹੀ ਉਚਾਰਨ ਬੋਲਣ ਦੇ ਲਈ ਦੱਦੇ ਔਂਕੜ ਖੱਖੇ ਸਿਹਾਰੀ ਐੜੇ ਟਿੱਪੀ ਬੋਲਣੀ ਹੈ। ਦੁਖਯੰ। ਇਸੇ ਤਰ੍ਹਾਂ ਹਤਯੰ ਪਾਠ ਹਾਹਾ ਤੱਤੇ ਸਿਹਾਰੀ ਐੜੇ ਟਿੱਪੀ ਬੋਲਣੀ ਹੈ। ਅਤੇ ਮਹਾ ਪਾਠ ਬੋਲਣਾ ਹੈ। ਮਹਾ ਨਹੀਂ ਬੋਲਣਾ, ਕੰਨਾ ਬਿੰਦੀ ਕੋਲੋਂ ਨਹੀਂ ਲਾਉਣੀ। ਹਾਹੇ ਕੰਨਾ ਮਹਾ ਪਾਠ ਹੈ। ਜਿੱਥੇ ਬਿੰਦੀ ਆਵੇਗੀ ਉੱਥੇ ਹੀ ਬੋਲਣੀ ਚਾਹੀਦੀ ਹੈ। ਜਿੱਥੇ ਲੋੜ ਹੋਵੇ ਸੰਥਿਆ ਦੇ ਅਨੁਸਾਰ ਲਗਾ ਦਿੱਤੀ ਜਾਂਦੀ ਹੈ। ਮਹਾ ਵਿਖਿਆਦੰ। ਹੁਣ ਖੱਖੇ ਦੇ ਪੈਰ 'ਚ ਯਈਆ ਹੈ। ਸਮਝਣ ਵਾਸਤੇ ਬੱਬੇ ਸਿਹਾਰੀ ਖੱਖੇ ਸਿਹਾਰੀ ਐੜੇ ਕੰਨਾ ਦੱਦੇ ਟਿੱਪੀ ਵਿਖਿਆਦੰ ਇਸ ਤਰ੍ਹਾਂ ਦੇ ਨਾਲ ਇਹ ਪੰਕਤੀ ਹੈ। ਸੋ ਅਗਲੀ ਆਖਰੀ ਪੰਕਤੀ ਹੈ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਭਸਮੰ ਕਰੋਤ। ਹੁਣ ਇਸ ਪੰਕਤੀ ਦੇ ਅੰਦਰ ਆਪ ਜੀ ਨੇ ਮਿਟੰਤ ਸਗਲ ਇੱਥੇ ਜਮਕ ਲਗਾਉਣੀ ਹੈ। ਸਿਮਰੰਤ ਹਰ ਨਾਮ ਨਾਨਕ ਇੱਥੇ ਵਿਸਰਾਮ ਲਾਉਣਾ ਹੈ। ਕਈ ਸਿਮਰੰਤ ਹਰ ਨਾਮ ਇੱਦਾਂ ਬੋਲ ਜਾਂਦੇ ਹਨ। ਇੱਕ ਨਾਨਕ ਪਦ ਜਿਹੜਾ ਹੈ ਇਕੱਠਾ ਬੋਲਣਾ ਹੈ। ਕਈ ਵਿਦਵਾਨ ਨਾਮ ਦੇ ਉੱਤੇ ਥੋੜ੍ਹੀ ਜਿਹੀ ਜਮਕ ਲਗਾ ਕੇ ਨਾਨਕ ਪਦ ਵੱਖਰਾ ਬੋਲਦੇ ਹਨ, ਉਹ ਵੀ ਠੀਕ ਹੈ, ਪਰ ਜ਼ਿਆਦਾ ਨਹੀਂ ਵੱਖਰਾ ਕਰ ਦੇਣਾ। ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਇਹ ਇਕੱਠਾ ਪਾਠ ਹੈ।
ਕਾਸਟ ਭਸਮੰ ਕਰੋਤ। ਸੋ ਇਸ ਤਰ੍ਹਾਂ ਦੇ ਨਾਲ ਇਹ ਆਪ ਜੀ ਨੇ ਪਾਠ ਸਰਵਣ ਕੀਤਾ ਹੈ। ਸੋ ਸਹੀ ਢੰਗ ਦੇ ਨਾਲ ਸਾਧ ਸੰਗਤ ਜੀ ਬੜੀ ਇਕਾਗਰਤਾ ਦੇ ਸਹਿਤ ਇਹ ਪਾਠ ਸਿੱਖਣ ਵਾਲੇ ਹਨ। ਸੋ ਇਸ ਵੀਡੀਓ ਨੂੰ ਹੋਰ ਸੰਗਤਾਂ ਤੱਕ ਸਾਂਝੀਆਂ ਕਰੋ ਤਾਂ ਜੋ ਹੋਰ ਸੰਗਤਾਂ ਲਾਹਾ ਪ੍ਰਾਪਤ ਕਰ ਸਕਣ। ਅਗਲੀਆਂ ਵੀਡੀਓ ਦੇ ਵਿੱਚ ਅਗਲੇ ਸ਼ਬਦਾਂ ਦੀ ਆਪ ਜੀ ਦੇ ਨਾਲ ਸਾਂਝ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।